ਤਿਉਹਾਰਾਂ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਹ ਜਿਹੜੀ ਮਾਸਕ ਹੈਗੀ ਹੈ ਇਹਦਾ ਪੱਲਾ ਨਾ ਛੱਡੀਏ, ਆਪਸੀ ਦੂਰੀ ਦਾ ਪੱਲਾ ਨਾ ਛੱਡੀਏ। ਇੱਕਦਮ ਛੋਟ ਮਿਲ ਗਈ, ਇੱਕਦਮ ਇਹ ਨਾ ਕਰੀਏ ਵੀ ਬਹੁਤ ਸਾਰੇ ਫੰਕਸ਼ਨਾਂ 'ਚ ਜਾਣਾ। ਹੁਣ ਦੀਵਾਲੀ ਆਉਣੀ ਹੈ, ਲੋਕਾਂ ਨੇ ਬਾਜ਼ਾਰਾਂ 'ਚ ਜਾਣਾ, ਖਰੀਦਦਾਰੀ ਕਰਨੀ ਹੈ। ਜਿਹੜੀਆਂ ਕਮੇਟੀਆਂ ਵੀ ਇਹਨਾਂ ਦਿਨਾਂ 'ਚ ਕੋਈ ਰਾਮਲੀਲਾ ਕਰਨਗੀਆਂ, ਤੁਸੀਂ ਆਪਦੇ SDM ਤੋਂ ਜਾਂ CP ਸਾਹਿਬ ਤੋਂ ਜੋ ਵੀ ਮਨਜ਼ੂਰੀ ਲਓਗੇ। ਸਾਡੀ ਸਾਰਿਆਂ ਨੂੰ ਗੁਜ਼ਾਰਿਸ਼ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਇਹ ਹੈ ਕਿ ਜੋ ਵੀ ਕੋਈ ਦਰਸ਼ਕ ਹੋਣਗੇ ਉਹ ਸਾਰੇ ਜਿਹੜੇ ਹੈਗੇ ਆ ਉਹਨਾਂ 'ਚ ਆਪਸੀ ਜਿਹੜੀ ਹੈਗੀ ਹੈ 2 ਗਜ ਦੀ ਦੂਰੀ, 6 ਫੁੱਟ ਦੀ ਦੂਰੀ, ਇਹ ਪ੍ਰਬੰਧਕਾਂ ਦੀ ਡਿਊਟੀ ਹੋਏਗੀ ਔਰ ਪ੍ਰਬੰਧਕਾਂ ਨੇ ਉੱਥੇ ਕੋਵਿਡ ਮੋਨੀਟਰ ਲਗਾਉਣੇ ਹੋਣਗੇ। ਸੋ ਮਚ ਸੋ ਕੇ 15 ਅਕਤੂਬਰ ਤੋਂ ਜੇ ਅਗਰ ਸਕੂਲ 'ਚ 9ਵੀਂ ਤੋਂ 12ਵੀਂ ਤੱਕ ਦੇ ਬੱਚੇ ਆ, ਉੱਚ ਵਿਦਿਆਰਥੀ ਅਗਰ ਜਾਣਾ ਚਾਹਣ ਤਾਂ ਉਹਨਾਂ ਲਈ ਸਕੂਲ ਵੀ ਖੋਲ੍ਹ ਦਿੱਤੇ ਗਏ ਨੇ, ਪ੍ਰੋਵਾਈਡਡ ਕਿ ਮਾਤਾ ਪਿਤਾ ਸਹਿਮਤੀ ਦੇਣ ਔਰ ਬੱਚਾ ਜਾਣ ਨੂੰ ਤਿਆਰ ਹੋਵੇ। ਬੰਧਨ ਕਿਸੇ 'ਤੇ ਨਹੀਂ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਸੂਝਵਾਨ ਕਿਸਾਨ ਵੀਰ ਜਿਹੜੇ ਕਿ ਸਾਰਿਆਂ ਦਾ ਢਿੱਡ ਭਰਨ ਲਈ ਇੰਨੀ ਮਿਹਨਤ ਕਰਦੇ ਹੈ, ਜਿਹੜੀ ਮਿੱਟੀ ਹੈ ਉਹਨਾਂ ਦੀ ਮਾਂ ਹੈ, ਉਸ ਤੋਂ ਫਸਲ ਲੈ ਕੇ ਉਹਨੂੰ ਸਾੜਨਗੇ ਨਹੀਂ, ਬਲਕਿ ਉਸ 'ਚ ਜਿਹੜੇ ਛੋਟੇ ਮੋਟੇ ਕੀਟ ਪਤੰਗੇ ਉਹਨਾਂ ਦੇ ਮਿੱਤਰ ਕੀੜੇ ਹੈਗੇ ਨੇ ਉਹਨਾਂ ਵੱਲ ਵੀ ਧਿਆਨ ਕਰਨਗੇ। ਜਿਹੜੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਪੇਜ ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਦੇ ਨਾਲ ਕੋਵਿਡ-19 ਦੇ ਬਾਰੇ ਗੱਲਬਾਤ ਕੀਤੀ ਅਤੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਸਪੇਨ ਦਾ ਤਾਂ ਕਾਫੀ ਆ ਰਿਹਾ ਸੀਗਾ ਕਿ ਉੱਥੇ ਹਸਪਤਾਲਾਂ 'ਚ ਦੁਬਾਰਾ ਭੀੜ ਜਿਹੜੀ ਹੈਗੀ ਵਧਣੀ ਸ਼ੁਰੂ ਹੋ ਗਈ ਹੈ। ਈਵਨ UK ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਰਿਪੋਰਟਸ ਆਈਆਂ ਹੈਗੀਆਂ ਨੇ। ਸੋ ਆਪਾਂ ਨੂੰ ਸਿਆਣੇ ਬਣਨ ਦੀ ਲੋੜ ਹੈ। ਜਾਨ ਆਪਣੀ ਹੈਗੀ ਹੈ। ਕਈ ਵਾਰ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਮਾਂ ਪਿਓ ਸਮਝਾਉਂਦੇ ਆ ਤਾਂ ਬੱਚਾ ਇਹ ਲੱਗਦਾ ਹੈ ਉਹਨੂੰ ਕਿ ਮੇਰੀ ਆਜ਼ਾਦੀ 'ਚ ਕਮੀ ਹੋ ਰਹੀ ਹੈ। ਮੈਂ ਜ਼ਿਕਰ ਹੀ ਜਦੋਂ ਕੋਈ ਸਮਝ ਬੂਝ ਦੀ ਜਾਂ ਕੋਈ ਉਪਦੇਸ਼ਾਤਮਕ ਗੱਲ ਸਰਕਾਰੀ ਤੰਤਰ ਤੋਂ ਆਉਂਦੀ ਹੈ ਤਾਂ ਕਈ ਵਾਰੀ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਥੋਪਿਆ ਜਾ ਰਿਹਾ, ਜਦਕਿ ਸਰਕਾਰ ਨੇ ਅਨਲੌਕ 5.0 'ਚ ਹੁਣ ਆਲਮੋਸਟ ਨਾਰਮਲ ਵਰਗੀ ਜ਼ਿੰਦਗੀ ਹੈ। ਤੁਹਾਡੇ ਵੀਕਐਂਡ ਵੀ ਫ੍ਰੀ ਨੇ, ਤੁਹਾਨੂੰ ਰਾਤ ਨੂੰ ਵੀ ਕੋਈ ਕਰਫਿਊ ਨਹੀਂ ਹੈ। ਸੋ ਮਚ ਸੋ ਕੇ 15 ਅਕਤੂਬਰ ਤੋਂ ਜੇ ਅਗਰ ਸਕੂਲ 'ਚ 9ਵੀਂ ਤੋਂ 12ਵੀਂ ਤੱਕ ਦੇ ਬੱਚੇ ਆ, ਉੱਚ ਵਿਦਿਆਰਥੀ ਅਗਰ ਜਾਣਾ ਚਾਹਣ ਤਾਂ ਉਹਨਾਂ ਲਈ ਸਕੂਲ ਵੀ ਖੋਲ੍ਹ ਦਿੱਤੇ ਗਏ ਨੇ, ਪ੍ਰੋਵਾਈਡਡ ਕਿ ਮਾਤਾ ਪਿਤਾ ਸਹਿਮਤੀ ਦੇਣ ਔਰ ਬੱਚਾ ਜਾਣ ਨੂੰ ਤਿਆਰ ਹੋਵੇ। ਬੰਧਨ ਕਿਸੇ 'ਤੇ ਨਹੀਂ ਹੈ। ਸਿਨੇਮਾ ਵੀ ਜਿਹੜੇ ਹੈਗੇ ਆ ਉਹ ਕੱਲ੍ਹ ਤੋਂ ਖੁੱਲ੍ਹ ਜਾਣਗੇ 50% ਕਪੈਸਿਟੀ ਦੇ ਨਾਲ। ਮੌਲਸ ਵੀ ਆਪਣਾ ਖੁੱਲ੍ਹ ਰਹੀਆਂ ਨੇ, ਐਂਟਰਟੇਨਮੈਂਟ ਪਲੇਸਿਸ ਵੀ ਖੋਲ੍ਹ ਦਿੱਤੇ ਗਏ ਨੇ। ਇਸ ਤੋਂ ਇਲਾਵਾ ਇਹ ਹੈਗਾ ਕਿ ਅਗਰ ਕਲੋਜ਼ਡ ਸਪੇਸ ਹੈਗੇ ਹੈ, ਉਸ ਸਪੇਸ ਦੀ ਜਿੰਨੀ ਕਪੈਸਿਟੀ ਹੈ 50% ਤੱਕ ਉਹ ਵੀ ਖੋਲ੍ਹੀ ਜਾ ਸਕਦੀ ਹੈ ਔਰ ਮੈਕਸਿਮਮ 200 ਤੱਕ ਇਕੱਠ ਵੀ ਕੀਤਾ ਜਾ ਸਕਦਾ। ਦੈਟ ਮੀਨਸ ਸ਼ਾਦੀ 'ਚ ਵੀ ਹੁਣ 200 ਤੱਕ ਜਿਹੜਾ ਇਕੱਠ ਹੈ 15 ਤਰੀਕ ਤੋਂ ਅਲਾਊਡ ਹੈ, ਕੱਲ੍ਹ ਤੋਂ। ਪਰ ਅਲਟੀਮੇਟਲੀ ਆਪਾਂ ਆਪਦਾ ਫਾਇਦਾ ਨਫਾ ਨੁਕਸਾਨ ਆਪਾਂ ਖੁਦ ਦੇਖਣਾ ਹੈ। ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਹੁਣ ਪ੍ਰਮਾਤਮਾ ਨੇ ਆਪਣੀ ਮਿਹਨਤ ਨੂੰ ਫੜ ਲਾਇਆ, ਸੰਖਿਆ ਕੇਸਾਂ ਦੀ ਵੀ ਘਟੀ ਹੈ, ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਹ ਜਿਹੜੀ ਮਾਸਕ ਹੈਗੀ ਹੈ ਇਹਦਾ ਪੱਲਾ ਨਾ ਛੱਡੀਏ, ਆਪਸੀ ਦੂਰੀ ਦਾ ਪੱਲਾ ਨਾ ਛੱਡੀਏ। ਇੱਕਦਮ ਛੋਟ ਮਿਲ ਗਈ, ਇੱਕਦਮ ਇਹ ਨਾ ਕਰੀਏ ਵੀ ਬਹੁਤ ਸਾਰੇ ਫੰਕਸ਼ਨਾਂ 'ਚ ਜਾਣਾ। ਹੁਣ ਦੀਵਾਲੀ ਆਉਣੀ ਹੈ, ਲੋਕਾਂ ਨੇ ਬਾਜ਼ਾਰਾਂ 'ਚ ਜਾਣਾ, ਖਰੀਦਦਾਰੀ ਕਰਨੀ ਹੈ। ਉਸ ਤੋਂ ਪਹਿਲਾਂ ਬਹੁਤ ਸਾਰੇ ਤਿਉਹਾਰ ਜਿਵੇਂ ਕਿ ਆਪਣੇ ਨਵਰਾਤਰੇ ਵੀ ਆਉਣੇ ਹੈ, ਵਿੱਚ ਦੀ ਗੁਰੂ ਸਾਹਿਬ ਦਾ ਵੀ ਇੱਕ ਦਿਵਸ ਆਉਣਾ ਹੈਗਾ, ਗੁਰੂ ਰਾਮਦਾਸ ਜੀ ਦਾ। ਫਿਰ ਉਸ ਤੋਂ ਬਾਅਦ ਜਿਹੜਾ ਦੁਸਹਿਰਾ ਤਾਂ ਵੱਡਾ ਤਿਉਹਾਰ ਹੈ ਹੀ ਹੈ, ਭਗਵਾਨ ਵਾਲਮੀਕੀ ਦਾ ਪ੍ਰਗਟ ਉਤਸਵ ਵੀ ਵਿੱਚ ਦੀ ਆਉਣਾ ਹੈ, ਚੱਕਰੀ ਹੈ, ਕਰਵਾ ਚੌਥ ਹੈ। ਇਹ ਸਾਰੇ ਤਿਉਹਾਰ ਐਸੇ ਨੇ ਜਿਸ 'ਚ ਕਿ ਲੋਕ ਇੱਕ ਦੂਜੇ ਨੂੰ ਮਿਲਦੇ ਜੁਲਦੇ ਹੈਗੇ ਨੇ। ਉਸ ਤੋਂ ਬਾਅਦ ਵਿਸ਼ਕਰਮਾ ਦਿਵਸ ਹੈ, ਦੀਵਾਲੀ ਹੈ, ਸਾਰੇ ਤਿਉਹਾਰ ਆਉਣੇ ਆ। ਆਪਾਂ ਇਹਨਾਂ ਨੂੰ ਮਨਾਉਣਾ ਹੈ, ਅੱਛੀ ਤਰ੍ਹਾਂ ਮਨਾਉਣਾ ਹੈ। ਸਾਡੇ ਵੱਲੋਂ ਕੋਈ ਇਸ 'ਚ ਤੁਹਾਨੂੰ ਕੋਈ ਵਿਘਨ ਨਹੀਂ ਪਾਵਾਂਗੇ। ਬਟ ਜਿਹੜਾ SOP ਸਰਕਾਰ ਨੇ ਦਿੱਤਾ ਹੈ, ਜਿਹੜੀਆਂ ਕਮੇਟੀਆਂ ਵੀ ਇਹਨਾਂ ਦਿਨਾਂ 'ਚ ਕੋਈ ਰਾਮਲੀਲਾ ਕਰਨਗੀਆਂ, ਤੁਸੀਂ ਆਪਦੇ SDM ਤੋਂ ਜਾਂ CP ਸਾਹਿਬ ਤੋਂ ਜੋ ਵੀ ਮਨਜ਼ੂਰੀ ਲਓਗੇ। ਸਾਡੀ ਸਾਰਿਆਂ ਨੂੰ ਗੁਜ਼ਾਰਿਸ਼ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਇਹ ਹੈ ਕਿ ਜੋ ਵੀ ਕੋਈ ਦਰਸ਼ਕ ਹੋਣਗੇ ਉਹ ਸਾਰੇ ਜਿਹੜੇ ਹੈਗੇ ਆ ਉਹਨਾਂ 'ਚ ਆਪਸੀ ਜਿਹੜੀ ਹੈਗੀ ਹੈ 2 ਗਜ ਦੀ ਦੂਰੀ, 6 ਫੁੱਟ ਦੀ ਦੂਰੀ, ਇਹ ਪ੍ਰਬੰਧਕਾਂ ਦੀ ਡਿਊਟੀ ਹੋਏਗੀ ਔਰ ਪ੍ਰਬੰਧਕਾਂ ਨੇ ਉੱਥੇ ਕੋਵਿਡ ਮੋਨੀਟਰ ਲਗਾਉਣੇ ਹੋਣਗੇ। ਉੱਥੇ ਮੌਕੇ 'ਤੇ ਤੁਸੀਂ ਜਿਹੜਾ ਸੈਨੀਟਾਈਜ਼ਰ, ਹੱਥ ਧੋਣ ਦਾ ਇੰਤਜ਼ਾਮ ਕਰਨਾ, ਇਹ ਸਾਰੀ ਤੁਹਾਡੀ ਜ਼ਿੰਮੇਵਾਰੀ ਹੈ। ਇਸੇ ਤਰ੍ਹਾਂ ਹੀ ਦੁਸਹਿਰੇ ਦਾ ਲੋਕ ਬੜਾ ਵੱਡੇ ਪੱਧਰ 'ਤੇ ਤਿਉਹਾਰ ਮਨਾਉਂਦੇ ਆ। ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਜਮ, ਸ਼ਾਲੀਨਤਾ ਨਾਲ ਘੱਟ ਸੰਖਿਆ 'ਚ ਮਨਾਇਆ ਜਾਵੇ ਔਰ ਜੋ ਵੀ ਗਵਰਨਮੈਂਟ ਦੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਆਪਾਂ ਹਰ ਵਾਰੀ ਗੱਲ ਕਰਦੇ ਹਾਂ, ਕਿਸਾਨ ਵੀਰਾਂ ਦੇ ਕਈ ਇਸ਼ੂਜ਼ ਚੱਲ ਰਹੇ ਨੇ, ਉਸ 'ਤੇ ਉਹਨਾਂ ਦੀ ਐਜੀਟੇਸ਼ਨ ਵੀ ਚੱਲ ਰਹੀ ਹੈ। ਅਸੀਂ ਲਗਾਤਾਰ ਇਹ ਕਹਿੰਦੇ ਰਹੇ ਹਾਂ ਕਿ ਵੀ ਤੁਸੀਂ ਜਦੋਂ ਆਪਦੀ ਗੱਲ ਰੱਖਦੇ ਹੋ ਤਾਂ ਜਾਨ ਤੁਹਾਡੀ ਆਪਦੀ ਹੈ, ਤੁਸੀਂ ਕੋਵਿਡ ਸੰਬੰਧੀ ਸਾਰੇ ਇਹਤਿਆਤ ਵਰਤੋ। ਇਸ ਤੋਂ ਇਲਾਵਾ ਸਾਡੇ ਕਿਸਾਨ ਵੀਰ ਆਪਣੀ 6 ਮਹੀਨਿਆਂ ਤੋਂ ਮਿਹਨਤ ਨਾਲ ਪਾਲੀ ਹੋਈ ਫਸਲ ਲੈ ਕੇ ਮੰਡੀਆਂ 'ਚ ਆ ਰਹੇ ਨੇ। ਮੰਡੀਆਂ 'ਚ ਅਸੀਂ ਸੈਨੀਟਾਈਜੇਸ਼ਨ ਦੇ ਸਾਰੇ ਪ੍ਰਬੰਧ ਕੀਤੇ ਹੈ, ਖਾਨੇ ਵੀ ਮਾਰੇ ਹੈ,
ਦੂਰੀ ਰੱਖਣ ਲਈ ਅਸੀਂ ਸੈਂਟਰ ਵੀ ਵੱਧ ਬਣਾਏ ਆ। ਮੇਰੇ ਆੜਤੀ ਵੀਰਾਂ ਨੂੰ, ਤੋਲਿਆਂ ਨੂੰ, ਸਾਰੇ ਕਿਸਾਨਾਂ ਨੂੰ, ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ, ਸਾਰਿਆਂ ਨੂੰ ਮੇਰੀ ਇਹ ਰਿਕੁਐਸਟ ਹੈਗੀ ਹੈ ਕਿ ਵੀ ਤੁਸੀਂ ਆਪਸੀ ਦੂਰੀ ਦਾ, ਮਾਸਕ ਲਗਾਉਣ ਦਾ, ਕਿਉਂਕਿ ਉੱਥੇ ਮੰਡੀਆਂ 'ਚ ਗਰਦਗਵਾਰ ਵੀ ਜ਼ਿਆਦਾ ਆ, ਉਹਦੇ ਨਾਲ ਵੀ ਤੁਹਾਨੂੰ ਬਿਮਾਰੀ ਲੱਗਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਸਾਰਾ ਆਪਦਾ ਧਿਆਨ ਰੱਖੋ। ਮੰਡੀ ਬੋਰਡ ਤੁਹਾਡਾ ਪੂਰਾ ਧਿਆਨ ਰੱਖਣ ਲਈ ਏਜੰਸੀਆਂ ਨੂੰ ਅਸੀਂ ਕਿਹਾ ਕਿ ਹਰ ਰੋਜ਼ ਬੋਲੀ ਲੱਗੇ, ਮਾਲ ਨਾਲ ਦੀ ਨਾਲ ਚੁੱਕਿਆ ਜਾਵੇ। ਇਹ ਸਾਡਾ ਕੰਮ ਹੈ, ਬਟ ਆਪਸੀ ਦੂਰੀ ਰੱਖਣਾ, ਆਪਦੇ ਸਿਹਤ ਦਾ ਧਿਆਨ ਰੱਖਣਾ, ਇਹ ਸਾਰਾ ਤੁਹਾਡਾ ਕੰਮ ਹੈਗਾ। ਫਿਰ ਇਸ ਤੋਂ ਇਲਾਵਾ ਜਦੋਂ ਆਪਣੇ ਕੋਲ ਹੁਣ ਸਮਾਂ ਘੱਟ ਹੁੰਦਾ, ਆਪਾਂ ਨਵੰਬਰ ਤੱਕ ਫਸਲ ਦੀ ਬਿਜਾਈ ਕਰਨੀ ਹੁੰਦੀ ਹੈ। ਇਸ ਵਾਰ ਸ਼ੁਕਰ ਹੈ ਕਿ ਵੀ ਆਪਾਂ ਥੋੜ੍ਹੀ ਜਿਹੀ ਪਹਿਲਾਂ ਬਿਜਾਈ ਕੀਤੀ, ਝੋਨੇ ਦੀ ਲਵਾਈ ਪਹਿਲਾਂ ਕੀਤੀ, ਫਸਲ ਪਹਿਲਾਂ ਆ ਗਈ, ਆਪਾਂ ਨੂੰ ਸਮਾਂ ਥੋੜ੍ਹਾ ਵੱਧ ਮਿਲ ਗਿਆ। ਸੋ ਇਸ ਵਾਰ ਸੁਪਰ SMS ਵਰਤੋ। ਆਪਣੇ ਜਿਹੜੇ ਵੀਰ ਹੈਗੇ ਨੇ, ਜਿਹੜੇ ਕੋਈ ਇਸ ਨੂੰ ਵੱਢਣ ਦਾ, ਹਾਰਵੈਸਟਿੰਗ ਦਾ ਕੰਮ ਕਰਦੇ ਹੈ, ਉਹਨਾਂ ਨੂੰ ਮੇਰੀ ਇਹ ਰਿਕੁਐਸਟ ਹੈਗੀ ਹੈ। ਦੂਜਾ ਇਹ ਹੈ ਕਿ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਹੈ ਕਿ ਕੋਆਪਰੇਟਿਵ ਸੁਸਾਇਟੀਆਂ ਹੋਣ, ਕਿਸਾਨ ਸਮੂਹ ਹੋਣ, ਉਸ ਤੋਂ ਇਲਾਵਾ ਤੁਹਾਡੇ ਇੰਡੀਵਿਜੂਅਲ ਕਿਸਾਨ ਹੋਣ, ਸਾਰਿਆਂ ਨੂੰ ਅਸੀਂ ਸੰਦ ਜਿਹੜੇ ਹੈਗੇ ਆ ਵੱਧ ਤੋਂ ਵੱਧ ਸੰਖਿਆ 'ਚ ਦੇਣ ਦਾ ਆਪਦੇ ਵੱਲੋਂ ਉਪਰਾਲਾ ਕੀਤਾ। ਕਈ ਵਾਰੀ ਵੇਖਣ 'ਚ ਆਇਆ ਕਿ ਸੰਦ ਹੋਣ ਦੇ ਬਾਵਜੂਦ ਜਿਹੜੇ ਲੋਕ ਹੈਗੇ ਨੇ ਉਹ ਇਹਨਾਂ ਸੰਦਾਂ ਨੂੰ ਪ੍ਰਯੋਗ ਨਹੀਂ ਕਰਦੇ, ਉਸ ਕਰਕੇ ਸਾਡੇ ਨੈਚੁਰਲ ਰਿਸੋਰਸਿਸ ਦਾ ਬੜਾ ਵੱਡਾ ਨੁਕਸਾਨ ਹੁੰਦਾ ਹੈਗਾ। ਤਾਂ ਮੇਰੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਵੀ ਆਪਾਂ ਪਰਾਲੀ ਸਾੜਨ ਤੋਂ ਗੁਰੇਜ਼ ਕਰੀਏ, ਔਰ ਜਿਹੜੀ ਪਰਾਲੀ ਹੈ ਉਹਨੂੰ ਦੁਬਾਰਾ ਵਾਹ ਕੇ ਜ਼ਮੀਨ ਨੂੰ ਵੀ ਵਾਪਸ ਜਿਹੜੇ ਤੱਤ ਹੈ ਉਹ ਦਈਏ, ਉਹਨੂੰ ਉਪਜਾਊ ਕਰੀਏ, ਔਰ ਇਸ ਤੋਂ ਆਪਾਂ ਜਿਹੜਾ ਪੋਲਿਊਸ਼ਨ ਹੈ ਉਸ ਤੋਂ ਬਚਾਂਗੇ। ਕਿਉਂਕਿ ਪਹਿਲਾਂ ਦਾ ਹੀ ਇਸ ਤਰ੍ਹਾਂ ਦਾ ਮਾਹੌਲ, ਜਦੋਂ ਕਿ ਹੁਣ ਪਿੰਡਾਂ ਤੋਂ ਵੀ ਕੇਸ ਆਉਣੇ ਸ਼ੁਰੂ ਹੋ ਗਏ ਹੈ, ਸ਼ਹਿਰਾਂ 'ਚੋਂ ਘਟ ਗਿਆ। ਹੁਣ ਜਿਹੜੇ ਥੋੜ੍ਹੇ ਮੋਟੇ ਕੇਸ ਆ ਰਹੇ ਉਹ ਪਿੰਡਾਂ 'ਚੋਂ ਆ ਰਹੇ ਆ। ਜੇ ਆਪਾਂ ਪਰਾਲੀ ਨੂੰ ਅੱਗ ਲਾਵਾਂਗੇ, ਉਹਦੇ ਨਾਲ ਧੂੰਆਂ ਫੈਲੂਗਾ, ਫੇਫੜਿਆਂ ਦੀਆਂ ਬਿਮਾਰੀਆਂ ਦੇ ਵੀ ਚਾਂਸ ਵੱਧ ਨੇ। ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਸੂਝਵਾਨ ਕਿਸਾਨ ਵੀਰ ਜਿਹੜੇ ਕਿ ਸਾਰਿਆਂ ਦਾ ਢਿੱਡ ਭਰਨ ਲਈ ਇੰਨੀ ਮਿਹਨਤ ਕਰਦੇ ਹੈ, ਜਿਹੜੀ ਮਿੱਟੀ ਹੈ ਉਹਨਾਂ ਦੀ ਮਾਂ ਹੈ, ਉਸ ਤੋਂ ਫਸਲ ਲੈ ਕੇ ਉਹਨੂੰ ਸਾੜਨਗੇ ਨਹੀਂ, ਬਲਕਿ ਉਸ 'ਚ ਜਿਹੜੇ ਛੋਟੇ ਮੋਟੇ ਕੀਟ ਪਤੰਗੇ, ਉਹਨਾਂ ਦੇ ਮਿੱਤਰ ਕੀੜੇ ਹੈਗੇ ਨੇ, ਉਹਨਾਂ ਵੱਲ ਵੀ ਧਿਆਨ ਕਰਨਗੇ, ਜਿਹੜੇ ਨੈਚੁਰਲ ਤੱਤ ਨੇ ਉਹਨਾਂ ਵੱਲ ਵੀ ਧਿਆਨ ਕਰਨਗੇ ਅਤੇ ਅੱਗ ਨਹੀਂ ਲਾਉਣਗੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਔਰ ਅੱਗੇ ਆਉਣ ਵਾਲੇ ਜਿਹੜੇ ਤਿਉਹਾਰਾਂ ਦੇ ਦਿਨ ਆ ਰਹੇ ਹੈ, ਫਸਲ ਦੇ ਦਿਨ ਆ ਰਹੇ ਹੈ, ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ। ਜਿਹੜਾ ਅੱਗੇ ਨਵਰਾਤਰਿਆਂ ਦਾ ਟਾਈਮ ਇਸ ਹਫ਼ਤੇ 'ਚ ਹੀ ਸ਼ੁਰੂ ਹੋ ਜਾਣਾ, ਹੁਣ 17 ਤਰੀਕ ਤੋਂ, ਸਾਰਿਆਂ ਲਈ ਚੰਗਾ ਸਮਾਂ ਲੈ ਕੇ ਆਵੇ, ਚੰਗੀ ਸਿਹਤ ਲੈ ਕੇ ਆਵੇ। ਥੈਂਕ ਯੂ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।